ਹੈਲੋ, ਅਸਲਾਮ ਵਾਲੇਕੁਮ। ਕੀ ਹਾਲ ਚਾਲ? ਠੀਕ ਠਾਕ। ਤੇ ਅੱਜ ਮੈਂ ਬਣਾਉਣ ਲੱਗੀ ਸੀ ਬਿਰਯਾਨੀ। ਮੈਂ ਕਿਹਾ ਉਹਦੀ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂ। ਅਸੀਂ ਬਣਾਉਣੀ ਆ 3 ਕਿਲੋ ਚਾਵਲਾਂ ਦੀ ਬਿਰਯਾਨੀ। ਉਹਦੇ ਲਈ ਅਸੀਂ ਜਿਹੜਾ ਸਮਾਨ ਲਿਆ ਵਾ, ਸਭ ਤੋਂ ਪਹਿਲੇ ਅਸੀਂ ਲੈ ਲਿਆ ਚਿਕਨ 2 ਕਿਲੋ। ਉਹਨੂੰ ਧੋ ਕੇ ਅੱਛੀ ਤਰ੍ਹਾਂ ਸਾਫ਼ ਕਰ ਲਿਆ। ਉਸ ਤੋਂ ਬਾਅਦ ਅਸੀਂ ਲਈਏ ਆ ਟਮਾਟਰ, ਅੱਧਾ ਕਿਲੋ ਟਮਾਟਰ, ਪਾਈਆ ਸਬਜ਼ ਮਿਰਚਾਂ ਅਤੇ ਥੋੜ੍ਹਾ ਜਿਹਾ ਅਦਰਕ ਅਤੇ ਲਸਣ। ਇਹਨਾਂ ਨੂੰ ਅਸੀਂ ਇਸ ਲਈ ਇਹ ਮੋਟਾ ਮੋਟਾ ਕੱਟਿਆ ਵਾ, ਇਹਨਾਂ ਨੂੰ ਅਸੀਂ ਬਲੈਂਡ ਕਰ ਲੈਣਾ। ਉਸ ਤੋਂ ਬਾਅਦ ਅੱਧਾ ਕਿਲੋ ਪਿਆਜ਼, ਅੱਧਾ ਕਿਲੋ ਦਹੀਂ ਅਤੇ ਆਹ ਹੈਗੇ ਕੁਝ ਖੜ੍ਹੇ ਮਸਾਲੇ। ਅਤੇ ਇਹਦੇ ਵਿੱਚ 3 ਕਿਲੋ ਚਾਵਲਾਂ ਦੀ ਬਿਰਯਾਨੀ 'ਚ ਅੱਧਾ ਕਿਲੋ ਘਿਓ ਜਾਏਗਾ। ਜ਼ੀਰਾ, ਲੌਂਗ, ਕਾਲੀਆਂ ਮਿਰਚਾਂ ਅਤੇ ਆਹ ਹੈਗਾ ਸਾਡਾ ਬਾਦਿਆਨ ਦਾ ਫੁੱਲ, ਦਾਲਚੀਨੀ, ਸਾਬਤ ਇਲਾਇਚੀ ਅਤੇ ਆਹ ਹੈਗੀਆਂ ਵਾ ਦਾਦਰ ਮਿਰਚਾਂ ਅਤੇ ਨਮਕ। ਉਸ ਤੋਂ ਇਲਾਵਾ ਇੱਕ ਬਿਰਯਾਨੀ ਮਸਾਲੇ ਦਾ ਪੈਕਟ ਪਾਵਾਂਗੇ ਅਤੇ ਆਹ ਹੈਗਾ ਸਾਡੇ ਕੋਲ ਫੂਡ ਕਲਰ, ਜਿਹੜਾ ਅਸੀਂ ਬਿਰਯਾਨੀ 'ਚ ਪਾਉਣਾ ਵਾ ਬਾਅਦ 'ਚ। ਅਤੇ ਚਲੋ ਬਣਾਉਣਾ ਸਟਾਰਟ ਕਰਦੇ ਹਾਂ। ਅਸੀਂ ਚੁੱਲ੍ਹੇ ਦੇ ਉੱਤੇ ਰੱਖ ਲਈ ਇੱਕ ਪਤੀਲੀ ਅਤੇ ਉਹਦੇ ਵਿੱਚ ਆਪਣੇ ਪਿਆਜ਼ ਪਾਵਾਂਗੇ। ਇਹਨਾਂ ਨੂੰ ਫਰਾਈ ਕਰ ਲਵਾਂਗੇ। ਜਿਹੜੀਆਂ ਬਿਰਯਾਨੀ ਦੇ ਵਿੱਚ ਲੇਅਰ ਲਗਾਈ ਦੀਆਂ ਨਾ, ਉਹਦੇ ਉੱਪਰ ਪਾਉਣ ਵਾਸਤੇ ਇਹਨੂੰ ਗੋਲਡਨ ਕਰ ਲਵਾਂਗੇ। ਸਾਰਾ ਪਿਆਜ਼ ਅਸੀਂ ਵਿੱਚ ਪਾ ਲਿਆ ਵਾ ਅਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣਾ ਘਿਓ। ਘਿਓ ਜਿਹੜਾ ਵਾ ਸਾਰਾ ਬਿਰਯਾਨੀ ਮਸਾਲੇ ਦੇ ਮਸਾਲੇ 'ਚ ਹੀ ਪੈਂਦਾ ਵਾ, ਚਾਵਲਾਂ ਵਿੱਚ ਜਸਟ ਬੋਇਲ ਕਰਨ ਲੱਗੇ ਪਾਈਦਾ ਵਾ। ਅਤੇ ਅਸੀਂ ਘਿਓ ਸਾਰਾ ਇਹਦੇ ਵਿੱਚ ਪਾ ਲਿਆ ਵਾ। ਅਤੇ ਹੁਣ ਜਿਹੜਾ ਸਾਡਾ ਮਸਾਲਾ ਸੀ ਨਾ, ਅਸੀਂ ਉਹਨੂੰ ਬਲੈਂਡ ਕਰ ਲਵਾਂਗੇ। ਮਿਰਚਾਂ, ਟਮਾਟਰ, ਲਸਣ ਅਤੇ ਅਦਰਕ, ਉਹਨੂੰ ਅਸੀਂ ਬਲੈਂਡ ਕਰ ਲਿਆ ਵਾ। ਬਿਲਕੁਲ ਅੱਛੀ ਤਰ੍ਹਾਂ ਪੇਸਟ ਬਣਾ ਲੈਣਾ ਵਾ। ਹੁਣ ਅਸੀਂ ਦਹੀਂ ਨੂੰ ਵੀ ਹਲਕਾ ਜਿਹਾ ਬਲੈਂਡ ਕਰ ਲਵਾਂਗੇ, ਬਹੁਤ ਜ਼ਿਆਦਾ ਨਹੀਂ ਕਰਾਂਗੇ ਕਿਉਂਕਿ ਇਹ ਮੁਲਾਇਮ ਜਿਹੀ ਹੋ ਜਾਂਦੀ ਹੈ ਅਤੇ ਅੱਛੀ ਲੱਗਦੀ ਆ। ਫੁੱਟੀਆਂ ਫੁੱਟੀਆਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ। ਸਾਡਾ ਉਨੀ ਦੇਰ ਪਿਆਜ਼ ਗੋਲਡਨ ਹੋ ਗਿਆ ਵਾ। ਅਸੀਂ ਇਹਨੂੰ ਟਰੇ 'ਚ ਕੱਢ ਲਵਾਂਗੇ ਅਤੇ ਠੰਡਾ ਕਰ ਲਵਾਂਗੇ। ਅਸੀਂ ਟਰੇ 'ਚ ਕੱਢ ਲਿਆ ਵਾ। ਜਿਹੜਾ ਅਸੀਂ ਬਿਰਯਾਨੀ ਦੀ ਲੇਅਰ ਦੇ ਉੱਤੇ ਪਾਉਣਾ ਵਾ, ਇਹਦੇ ਤੋਂ ਬਗੈਰ ਬਿਰਯਾਨੀ ਅਧੂਰੀ ਹੈ। ਇਹਦੇ ਵਿੱਚ ਹੁਣ ਅਸੀਂ ਮਸਾਲਾ ਬਣਾ ਲਵਾਂਗੇ ਚਿਕਨ ਦਾ, ਜਿਹੜਾ ਬਿਰਯਾਨੀ 'ਚ ਜਾਏਗਾ। ਪਿਆਜ਼ ਪਾ ਲਵਾਂਗੇ, ਇਹਨੂੰ ਹਲਕਾ ਜਿਹਾ ਗੋਲਡਨ ਕਰਾਂਗੇ। ਜਿੱਦਾਂ ਹੀ ਸਾਡਾ ਪਿਆਜ਼ ਗੋਲਡਨ ਹੋਏਗਾ, ਅਸੀਂ ਜਿਹੜਾ ਪੇਸਟ ਬਣਾ ਕੇ ਰੱਖਿਆ ਵਾ, ਉਹ ਇਹਦੇ ਅੰਦਰ ਐਡ ਕਰ ਲਵਾਂਗੇ। ਪਿਆਜ਼ ਗੋਲਡਨ ਹੋ ਗਿਆ। ਹੁਣ ਅਸੀਂ ਇਹਦੇ ਅੰਦਰ ਜਿਹੜਾ ਪੇਸਟ ਬਣਾ ਕੇ ਮਸਾਲੇ ਦਾ ਰੱਖਿਆ ਸੀਗਾ, ਉਹ ਸ਼ਾਮਿਲ ਕਰ ਲਵਾਂਗੇ। ਜਿਸ ਤਰ੍ਹਾਂ ਹੀ ਪਾਣੀ ਥੋੜ੍ਹਾ ਜਿਹਾ ਖੁਸ਼ਕ ਹੋਊਗਾ, ਫਿਰ ਅਸੀਂ ਇਹਦੇ ਅੰਦਰ ਆਪਣੇ ਖੜ੍ਹੇ ਮਸਾਲੇ ਅਤੇ ਦਹੀਂ ਪਾਵਾਂਗੇ। ਹੁਣ ਅਸੀਂ ਪਾਣੀ ਸਾਡਾ ਖੁਸ਼ਕ ਹੋ ਗਿਆ ਸੀ। ਹੁਣ ਇਹ ਸਾਰਾ ਘਿਓ ਆ ਜਿਹੜਾ ਅਸੀਂ ਅੱਧਾ ਕਿਲੋ ਪਾਇਆ ਸੀ, ਮਸਾਲੇ ਵੀ ਭੁੰਨੇ ਗਏ। ਹੁਣ ਸਾਰੇ ਖੜ੍ਹੇ ਮਸਾਲੇ ਪਾ ਕੇ ਅਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਥੋੜ੍ਹਾ ਜਿਹਾ ਭੁੰਨਾਂਗੇ ਅਤੇ ਇਹਦੇ ਅੰਦਰ ਫਿਰ ਅਸੀਂ ਦਹੀਂ ਪਾ ਲਵਾਂਗੇ। ਸਾਡਾ ਮਸਾਲਾ ਭੁੰਨਿਆ ਗਿਆ ਵਾ, ਤਕਰੀਬਨ ਰੈਡੀ ਹੋ ਗਿਆ ਵਾ। ਅਤੇ ਹੁਣ ਇਹਦੇ ਵਿੱਚ ਦਹੀਂ ਪਾਉਣ ਦੀ ਵਾਰੀ ਆਊਗੀ। ਲਓ, ਹੁਣ ਅਸੀਂ ਪਾਉਣ ਲੱਗੇ ਇਹਦੇ ਅੰਦਰ ਦਹੀਂ, ਕਿਉਂਕਿ ਸਾਡਾ ਮਸਾਲਾ ਰੈਡੀ ਹੋ ਗਿਆ ਵਾ ਤਕਰੀਬਨ। ਜਦੋਂ ਦਹੀਂ ਪਾ ਲਈਏ, ਦਰਮਿਆਨ ਨੂੰ ਮੀਡੀਅਮ ਟੂ ਲੋ ਕਰ ਲਈਦਾ ਵਾ, ਤਾਂ ਕਿ ਦਹੀਂ ਦਾ ਫਲੇਵਰ ਵੀ ਰਹੇ ਅਤੇ ਪਾਣੀ ਵੀ ਖੁਸ਼ਕ ਹੋ ਜਾਵੇ। ਜਿੰਨੀ ਜ਼ਿਆਦਾ ਤੇਜ਼ ਅੱਗ ਹੋਏਗੀ, ਸਾਡੀ ਦਹੀਂ ਦਾ ਉਹ ਵਾਲਾ ਟੇਸਟ ਨਹੀਂ ਆਏਗਾ। ਆਹਿਸਤਾ ਆਹਿਸਤਾ ਮਸਾਲੇ ਦੇ ਅੰਦਰ ਪਾਣੀ ਜਜ਼ਬ ਹੋ ਜਾਏਗਾ। ਅਤੇ ਆਹ ਹੈਗੇ ਜੀ ਅਸੀਂ ਗਾਰਨਿਸ਼ ਵਾਸਤੇ ਰੱਖਿਆ ਹੋਇਆ ਪੁਦੀਨਾ ਅਤੇ ਨਿੰਬੂ ਕੱਟ ਕੇ। ਅਤੇ ਆਹ ਹੈਗਾ ਸਾਡਾ ਪਿਆਜ਼ ਜਿਹੜਾ ਨਾਲ ਪਏਗਾ। ਅਤੇ ਇਹਨੂੰ ਹੱਥ ਨਾਲ ਥੋੜ੍ਹਾ ਥੋੜ੍ਹਾ ਤੋੜ ਲਵਾਂਗੇ, ਚੂਰਾ ਕਰ ਲਵਾਂਗੇ, ਬਹੁਤ ਜ਼ਿਆਦਾ ਨਹੀਂ, ਬਿਲਕੁਲ ਹਲਕੇ ਹਲਕੇ ਹੱਥਾਂ ਨਾਲ। ਅਤੇ ਹੁਣ ਸਾਡੇ ਚਿਕਨ ਦੀ ਵਾਰੀ ਆ ਗਈ। ਚਿਕਨ ਪਾਵਾਂਗੇ ਅਸੀਂ। ਚਿਕਨ ਪਾ ਕੇ ਇਹਨੂੰ ਅਸੀਂ ਅੱਛੀ ਤਰ੍ਹਾਂ ਭੁੰਨ ਲਾਂਗੇ। ਹੁਣ ਸਾਡਾ ਸਾਰਾ ਚਿਕਨ ਇਸ ਪਤੀਲੀ 'ਚ ਚਲਾ ਜਾਊਗਾ। ਫਿਰ ਅਸੀਂ ਇਹਨੂੰ ਉੱਤੋਂ ਢੱਕ ਕੇ ਰੱਖ ਦੇਵਾਂਗੇ ਉਨੀ ਦੇਰ ਵਾਸਤੇ ਕਿ ਇਹਦਾ ਪਾਣੀ ਅੱਛੀ ਤਰ੍ਹਾਂ ਖੁਸ਼ਕ ਹੋ ਜਾਵੇ। ਫਿਰ ਅਸੀਂ ਚੈੱਕ ਕਰਾਂਗੇ ਕਿ ਗੋਸ਼ਤ ਕਿੰਨਾ ਸਾਡਾ ਗਲ ਗਿਆ ਵਾ ਅਤੇ ਕਿੰਨਾ ਹਾਲੇ ਕੱਚਾ ਵਾ। ਅਤੇ ਹੁਣ ਅਸੀਂ ਗੋਸ਼ਤ ਦੀ ਭੁਨਾਈ ਕਰ ਲਵਾਂਗੇ ਅੱਛੀ ਤਰ੍ਹਾਂ। ਤਕਰੀਬਨ ਸਾਨੂੰ 15 ਤੋਂ 20 ਮਿੰਟ ਲੱਗ ਜਾਣੇ ਆ ਇਸ ਗੋਸ਼ਤ ਦੀ ਭੁਨਾਈ ਕਰਦੇ ਹੋਏ ਅੱਛੀ ਤਰ੍ਹਾਂ। ਬਿਰਯਾਨੀ ਦਾ ਸਾਰਾ ਦਾਰੋਮਦਾਰ ਹੀ ਇਸ ਮਸਾਲੇ ਦੇ ਉੱਤੇ, ਕੋਰਮੇ ਦੇ ਉੱਤੇ ਹੁੰਦਾ ਵਾ, ਜਿਹੜਾ ਬਿਰਯਾਨੀ ਦੇ ਵਿੱਚ ਜਾਣਾ ਹੁੰਦਾ। ਅਤੇ ਸਾਡਾ ਜਿਹੜਾ ਕੋਰਮਾ ਵਾ ਉਹ ਹੋ ਗਿਆ ਤਿਆਰ। ਅਤੇ ਹੁਣ ਸਾਡਾ ਕਿਚਨ ਵੀ ਬਦਲ ਜਾਣਾ ਵਾ, ਕਿਉਂਕਿ ਅੱਜ ਹੈਗੀ ਸੀ ਮੇਰੇ ਭਾਂਜੇ ਦੀ ਬਰਥਡੇ ਅਤੇ ਅਸੀਂ ਉੱਧਰ ਜਾ ਕੇ ਬਿਰਯਾਨੀ ਰੈਡੀ ਕਰਨੀ ਸੀ। ਮਸਾਲਾ ਅਸੀਂ ਘਰੋਂ ਬਣਾ ਲਿਆ ਸੀ ਅਤੇ ਬਿਰਯਾਨੀ ਬਾਕੀ ਚਾਵਲ ਵਗੈਰਾ ਇੱਧਰ ਆ ਕੇ ਬੋਇਲ ਕਰਾਂਗੇ। ਅਤੇ ਪਾਣੀ ਰੱਖਤਾ ਵਾ ਅਤੇ
ਆ ਦੂਸਰੇ ਚੁੱਲ੍ਹੇ 'ਤੇ ਅਸੀਂ ਰੱਖਿਆ ਹੋਇਆ ਵਾ ਬਣਨ ਵਾਸਤੇ ਅਚਾਰ ਗੋਸ਼ਤ। ਇਹਦੀ ਰੈਸਪੀ ਫਿਰ ਮੈਂ ਸ਼ੇਅਰ ਕਰਾਂਗੀ ਤੁਹਾਡੇ ਨਾਲ। ਉਨੀ ਦੇਰ ਸਾਡਾ ਚਾਵਲ ਜਿਹੜੇ ਆ ਨਾ ਅੱਛੀ ਤਰ੍ਹਾਂ ਭਿੱਜ ਜਾਣਗੇ। ਚਾਵਲਾਂ ਨੂੰ ਅਸੀਂ ਅੱਛੀ ਤਰ੍ਹਾਂ ਧੋ ਕੇ ਅਤੇ ਰੱਖ ਦਿੱਤਾ ਵਾ 1 ਘੰਟੇ ਵਾਸਤੇ। ਅਤੇ ਆਹ ਚਾਵਲਾਂ ਦਾ ਪਾਣੀ, ਜਦੋਂ ਹੀ ਸਾਡਾ ਪਾਣੀ ਜਿਹੜਾ ਵਾ ਅੱਛੀ ਤਰ੍ਹਾਂ ਗਰਮ ਹੋਏਗਾ, ਉਬਲਣ ਲੱਗ ਜਾਏਗਾ, ਅਤੇ ਫਿਰ ਅਸੀਂ ਚਾਵਲ ਪਾਵਾਂਗੇ। ਅਤੇ ਇਹਦੇ ਵਿੱਚ ਕੁਛ ਖੜ੍ਹੇ ਮਸਾਲੇ ਜਾਣਗੇ। ਖੜ੍ਹੇ ਮਸਾਲੇ 'ਚ ਦਾਲਚੀਨੀ ਅਤੇ ਬਾਦਿਆਂ ਦਾ ਫੁੱਲ, ਥੋੜ੍ਹਾ ਜਿਹਾ ਨਮਕ ਅਤੇ ਥੋੜ੍ਹਾ ਜਿਹਾ ਘਿਓ ਵੀ ਪਾਵਾਂਗੇ। ਅਤੇ ਥੋੜ੍ਹੇ ਜਿਹੇ ਲੈਮਨ ਦੇ ਪੀਸ ਵੀ ਪਾਵਾਂਗੇ ਜਿਹੜੇ ਅਸੀਂ ਕੱਟ ਕੇ ਰੱਖੇ ਸੀ, ਤਾਂ ਕਿ ਸਾਡੇ ਜਿਹੜੇ ਚਾਵਲ ਆ ਅੱਛੀ ਤਰ੍ਹਾਂ ਨਿਖਰੇ ਨਿਖਰੇ ਹੋਣ। ਆਹ ਸਾਰਾ ਮਸਾਲਾ ਸਾਡੀ ਬਿਰਯਾਨੀ ਦੇ ਵਿੱਚ ਆਏਗਾ। ਅਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ, ਸਾਡਾ ਪਾਣੀ ਜਿਹੜਾ ਅੱਛੀ ਤਰ੍ਹਾਂ ਪੱਕਣ ਲੱਗ ਗਿਆ ਵਾ। ਹੁਣ ਅਸੀਂ ਇਹਦੇ ਅੰਦਰ ਆਪਣੇ ਜਿਹੜੇ 3 ਕਿਲੋ ਚਾਵਲ 1 ਘੰਟੇ ਤੋਂ ਧੋ ਕੇ ਭਿਓਂ ਕੇ ਰੱਖੇ ਹੋਏ ਆ ਪਾਣੀ 'ਚ, ਉਹਨਾਂ ਨੂੰ ਵਿੱਚ ਪਾ ਦੇਵਾਂਗੇ। ਹੁਣ ਅਸੀਂ ਚਾਵਲ ਵਿੱਚ ਪਾਉਣ ਲੱਗੇ ਹਾਂ। ਚਾਵਲਾਂ ਨੂੰ ਅਸੀਂ 1 ਕਨੀ ਤੱਕ ਉਬਾਲਣਾ ਵਾ, ਵੀ ਇੰਨਾ ਉਬਾਲਣਾ ਵਾ ਕਿ ਚਾਵਲਾਂ 'ਚ ਸਿਰਫ 1 ਕਨੀ ਰਹਿ ਜਾਵੇ, ਯਾਨੀ 90% ਗਲ ਜਾਣ ਅਤੇ 10% ਰਹਿ ਜਾਣ। ਫਿਰ ਜਿਹੜੇ 10% ਰਹਿ ਜਾਣਗੇ ਉਹ ਬਿਰਯਾਨੀ ਦਾ ਜਦੋਂ ਅਸੀਂ ਦਮ ਲਾਵਾਂਗੇ ਫਿਰ ਗਲਣਗੇ। ਲਓ ਅਸੀਂ ਚਾਵਲ ਭੁੰਨ ਲਏ। ਹੁਣ ਅਸੀਂ ਲੇਅਰ ਬਣਾਉਣ ਲੱਗੇ ਹਾਂ। ਸਭ ਤੋਂ ਪਹਿਲੇ ਚਾਵਲ ਪਾਵਾਂਗੇ ਅਤੇ ਜਿਹੜਾ ਅਸੀਂ ਕੋਰਮਾ ਬਣਾਇਆ ਸੀ ਉਹਨੂੰ ਇਹਦੇ ਉੱਤੇ ਅੱਛੀ ਤਰ੍ਹਾਂ ਡਾਲ ਦੇਵਾਂਗੇ। ਅਸੀਂ 3 ਲੇਅਰ ਬਣਾਵਾਂਗੇ ਟੋਟਲ। ਅਸੀਂ ਇਹਦੇ ਉੱਤੇ ਗੋਸ਼ਤ ਇਸ ਤਰੀਕੇ ਨਾਲ ਡਾਲਣਾ ਵਾ ਕਿ ਸਾਡੀ 3 ਲੇਅਰ ਦੇ ਵਿੱਚ ਨਾ ਉਹ ਅੱਛੀ ਤਰ੍ਹਾਂ ਐਡਜਸਟ ਹੋ ਜਾਵੇ। ਹੁਣ ਇਸ ਤੋਂ ਬਾਅਦ ਅਸੀਂ ਇਹ ਮਸਾਲਾ ਅੱਛੀ ਤਰ੍ਹਾਂ ਇਹਦੇ ਉੱਤੇ ਪਾਉਣ ਤੋਂ ਬਾਅਦ ਹੁਣ ਇਹਦੇ ਉੱਤੇ ਪਾਵਾਂਗੇ ਪੁਦੀਨਾ। ਥੋੜ੍ਹਾ ਥੋੜ੍ਹਾ ਸਾਰੇ ਪਾ ਦੇਣਾ ਵਾ। ਫਿਰ ਇਹਦੇ ਉੱਤੇ ਅਸੀਂ ਜਿਹੜੇ ਲੈਮਨ ਕੱਟੇ ਸੀ ਉਹ ਪਾਵਾਂਗੇ। ਉਸ ਤੋਂ ਬਾਅਦ ਜਿਹੜਾ ਅਸੀਂ ਪਿਆਜ਼ ਗੋਲਡਨ ਕੀਤਾ ਸੀਗਾ ਉਹਦੀ ਵਾਰੀ ਆ ਜਾਊਗੀ। ਅੱਛੀ ਤਰ੍ਹਾਂ ਪਿਆਜ਼ ਵਿਕੇਰ ਦੇਵਾਂਗੇ। ਇਹਦੀ ਇੱਕ ਬੜੀ ਜ਼ਬਰਦਸਤ ਖੁਸ਼ਬੂ ਆਉਂਦੀ। ਅਤੇ ਜਿਹੜਾ ਫੂਡ ਕਲਰ ਦਿਖਾਇਆ ਸੀ ਉਹਨੂੰ ਅਸੀਂ ਦੁੱਧ ਦੇ ਵਿੱਚ ਮਿਕਸ ਕਰ ਲਿਆ ਵਾ। ਉਹ ਥੋੜ੍ਹਾ ਥੋੜ੍ਹਾ, ਬਿਲਕੁਲ ਥੋੜ੍ਹਾ ਥੋੜ੍ਹਾ ਪਾਵਾਂਗੇ ਤਾਂ ਕਿ ਚਾਵਲ ਜਿਹੜੇ ਕੁਛ ਵਾਈਟ ਰਹਿ ਜਾਣ ਅਤੇ ਕੁਛ ਯੈਲੋ ਹੋ ਜਾਣ। ਹੁਣ ਸਾਡੀ ਦੂਸਰੀ ਲੇਅਰ, ਅਸੀਂ ਚਾਵਲ ਅੱਛੀ ਤਰ੍ਹਾਂ ਪਾ ਲਏ ਆ, ਪਹਿਲੀ ਲੇਅਰ ਨੂੰ ਕਵਰ ਕਰ ਲਿਆ ਵਾ। ਹੁਣ ਅਸੀਂ ਇਹਦੇ ਵਿੱਚ ਪਾਉਣ ਲੱਗੇ ਹਾਂ ਕੋਰਮਾ। ਇਹਨੂੰ ਵੀ ਉਸੀ ਤਰੀਕੇ ਨਾਲ ਅੱਛੀ ਤਰ੍ਹਾਂ ਉੱਤੇ ਪਾ ਦੇਣਾ ਵਾ। ਬਾਕੀ ਜਦੋਂ ਅਸੀਂ ਇਹਨੂੰ ਦਮ ਖੋਲ੍ਹਦੇ ਹਾਂ ਅਤੇ ਮਿਕਸ ਕਰੀਦਾ ਵਾ, ਫਿਰ ਬਿਲਕੁਲ ਜ਼ਬਰਦਸਤ ਜਿਹਾ ਇੱਕ ਇਹਦਾ ਟੇਸਟ ਆਉਂਦਾ ਵਾ, ਖੁਸ਼ਬੂ ਆਉਂਦੀ ਆ। ਹੁਣ ਦੂਸਰੀ ਲੇਅਰ 'ਤੇ ਵੀ ਅਸੀਂ ਸੇਮ ਉਹੀ ਪ੍ਰੋਸੈਸ ਕਰਾਂਗੇ। ਥੋੜ੍ਹੇ ਜਿਹੇ ਲੈਮਨ ਪਾਵਾਂਗੇ, ਥੋੜ੍ਹਾ ਜਿਹਾ ਬਰਾਊਨ ਪਿਆਜ਼ ਪਾਵਾਂਗੇ ਅਤੇ ਨਾਲ ਪੁਦੀਨਾ ਪਾ ਦੇਵਾਂਗੇ। ਇਸ ਤੋਂ ਬਾਅਦ ਫਿਰ ਸਾਡੇ ਫੂਡ ਕਲਰ ਦੀ ਵਾਰੀ ਆ ਜਾਂਦੀ ਆ। ਬਿਲਕੁਲ ਥੋੜ੍ਹਾ ਥੋੜ੍ਹਾ ਪਾਉਣਾ ਵਾ, ਬਹੁਤ ਜ਼ਿਆਦਾ ਨਹੀਂ ਪਾਉਣਾ। ਫਿਰ ਅਸੀਂ ਚਾਵਲ ਪਾ ਦੇਣੇ ਆ। ਚਾਵਲਾਂ ਦੀ ਅੱਛੀ ਤਰ੍ਹਾਂ ਲੇਅਰ ਪਾ ਕੇ ਉਹਨਾਂ ਨੂੰ ਕਵਰ ਕਰ ਦੇਣਾ। ਹੁਣ ਜਿਹੜੀ ਸਾਡੀ ਆਖਰੀ ਲੇਅਰ ਆ ਉਹਦੇ ਉੱਤੇ ਸਾਡੇ ਕੋਲ ਜਿੰਨਾ ਮਸਾਲਾ ਬਚਿਆ ਨਾ, ਅਸੀਂ ਸਾਰਾ ਅੱਛੀ ਤਰ੍ਹਾਂ ਸਾਫ਼ ਕਰਕੇ ਪਾ ਦੇਣਾ ਤਾਂ ਕਿ ਮਸਾਲਾ ਵੀ ਨਾ ਜ਼ਾਇਆ ਹੋਵੇ ਅਤੇ ਸਾਡੇ ਚਾਵਲ ਵੀ ਅੱਛੀ ਤਰ੍ਹਾਂ ਕਵਰ ਹੋ ਜਾਣ। ਅਸੀਂ ਸਾਰਾ ਮਸਾਲਾ ਵਿੱਚ ਪਾ ਲਿਆ ਵਾ ਅਤੇ ਹੁਣ ਅਸੀਂ ਇਹਦੇ ਉੱਤੇ ਦੁਬਾਰਾ ਉਹੀ ਸਾਰੀਆਂ ਚੀਜ਼ਾਂ ਪਾਵਾਂਗੇ, ਪੁਦੀਨਾ, ਲੀਮੋ ਅਤੇ ਪਿਆਜ਼। ਅਤੇ ਉਸ ਤੋਂ ਬਾਅਦ ਲਾਸਟ 'ਤੇ ਅਸੀਂ ਪਾਉਣਾ ਵਾ ਫੂਡ ਕਲਰ। ਜਿਹੜਾ ਬਚਿਆ ਸੀ ਮੈਂ ਸਾਰਾ ਹੀ ਪਾ ਤਾ ਰੱਖ ਕੇ, ਮੈਂ ਕੀ ਕਰਨਾ ਸੀ। ਅਤੇ ਲਓ ਹੁਣ ਕਿੰਨੀ ਜ਼ਬਰਦਸਤ ਲੱਗ ਰਹੀ ਹੈ ਦੇਖਣ ਨੂੰ। ਜਿੰਨੀ ਇਹ ਸੋਹਣੀ ਲੱਗਣ ਦੀ ਹੈ ਨਾ, ਖਾਣ ਨੂੰ ਬੜੀ ਮਜ਼ੇਦਾਰ ਬਣਦੀ ਆ। ਇਹਦੇ ਵਿੱਚ ਮਜ਼ੇਦਾਰ ਮਜ਼ੇਦਾਰ ਦਹੀਂ, ਟਮਾਟਰ, ਇਹ ਸਾਰੇ ਮਸਾਲੇ ਗਏ ਆ। ਤਵਾ ਰੱਖਤਾ ਅਸੀਂ ਦਮ ਲਗਾਉਣ ਨੂੰ, ਅੱਗ ਜਲਾ ਕੇ। ਜਦੋਂ ਸਾਡਾ ਤਵਾ ਹੁਣ ਗਰਮ ਹੋ ਗਿਆ ਵਾ ਅਤੇ ਇਸ ਤਵੇ 'ਤੇ ਅਸੀਂ ਆਪਣਾ ਚਾਵਲਾਂ ਵਾਲਾ ਪਤੀਲਾ ਰੱਖ ਕੇ ਤਕਰੀਬਨ 5 ਮਿੰਟ ਅਸੀਂ ਦਮ ਲਗਾਵਾਂਗੇ, 5 ਤੋਂ 7 ਮਿੰਟ। ਅਤੇ ਅਸੀਂ ਦਮ ਹੁਣ ਖੋਲ੍ਹਣ ਲੱਗੇ ਹਾਂ। ਮਾਸ਼ਾਅੱਲਾ ਇੰਨੀ ਜ਼ਬਰਦਸਤ ਖੁਸ਼ਬੂ ਆ ਰਹੀ ਹੈ ਨਾ, ਬਹੁਤ ਹੀ ਜ਼ਬਰਦਸਤ। ਜਿੰਨੀ ਇਹ ਦੇਖਣ ਨੂੰ ਸੋਹਣੀ ਲੱਗਣ ਦੀ ਆ, ਉਨੀ ਇਹ ਖਾਣ ਨੂੰ ਟੇਸਟੀ ਹੈ। ਦੇਖੋ ਬਿਲਕੁਲ ਜਿਸ ਤਰ੍ਹਾਂ ਅਸੀਂ ਬਾਜ਼ਾਰੋਂ ਲੈ ਕੇ ਆਈ ਦੀ ਆ ਬਿਰਯਾਨੀ ਜਾਂ ਦੇਗ ਦੀ ਬਿਰਯਾਨੀ ਖਾਈ ਦੀ ਆ ਨਾ, ਉਸੀ ਤਰ੍ਹਾਂ ਦਾ ਇਹਦਾ ਟੈਕਸਚਰ ਆ। ਅਤੇ ਟੇਸਟ ਤਾਂ
ਓ ਮਾਈ ਗੋਡ ਵਾਓ, ਉਹ ਵਾਲਾ ਟੇਸਟ ਵਾ ਇਹਦਾ। ਲੁਕਿੰਗ ਲਾਈਕ ਆ ਵਾਓ, ਅਤੇ ਖਾਣ 'ਚ ਵੀ ਵਾਓ ਹੀ ਵਾਓ।